कहाँ बुद्ध प्रभ तुच्छ हमारी। बरन सके महिमा जो तिहारी। हम ना सकत कर सिफत तुम्हारी। आप ले हो तुम कथा सुधारी। आप ले हो तुम कथा सुधारी। हम ना सकत कर सिफत तुम्हारी। आप ले हो तुम कथा सुधारी। सगल द्वार को छाड़ के गयो तुहारो द्वार। बाहें गहे की लाज अस गोविंद दास तुहार। सगल द्वार को छाड़ के गयो तुहारो द्वार। बाहें गहे की लाज अस गोविंद दास तुहार। सन्मानयोग गुरु रूप गुरु प्यारी साध संगत जी, सिमर फतेह प्रवान करनी जी। प्यार सहित आखो वाहिगुरु जी का खालसा वाहिगुरु जी की फतेह। अज दा जो पावन हुक्मनामा साहिब है, यह शब्द शहीदां दे सिरताज बहुत ही मिठ बोलड़े प्रीतम जी साहिब श्री गुरु अर्जन देव जी महाराज उन्हां दी रसना तो गायन किया होया शब्द है, जो कि राग टोडी दे विच 716 अंग ते साहिब श्री गुरु ग्रंथ साहिब जी विच अंकित है, दर्ज है। ये शब्द इस दे अंदर गुरु जी ने जो परमात्मा साडे उपर परोपकार करदा जां गुण करदा, उहदे विचों कुछ परोपकार इहो जिहे हुंदे आ जिहड़े तां असीं नज़रअंदाज कर दिंदे हां, भुल जांदे आ। यही संसारी बंदे की पछाण हुंदी आ। गुरमुख जिहड़े हुंदे ने वो परोपकार जिहड़े कीते जांदे हन ते उन्हां दा शुकराना करदे आ, तां उही शब्द उहनूं लैके संबंधित है शुकराने वाला कि गुरु ने मेरे ते परोपकार कीते आ। ऐसे रब ने हंकार दी बीमारी दूर कीती आ, पंजे दोख जिहड़े आ खत्म कीते आ, बंधना तो छड़ा लिया, बाणी दे नाल जोड़ता। मेरा कोझापन जां सुहप्पना इहदी कोई परवाह नहीं कीती, प्रेम दे नाल मैनूं रंग दिता है। परदे जिहड़े आ दूर हो गए आ हुण रब दे नालों। कुड़ियार दा परदा जो सी चुक्या गया, कंध टुट गई आ, हुण पिंडा भी उहदा हो गया।
ਉਹ ਇਹਦਾ ਮਾਲਕ ਹੋ ਗਿਆ ਤੇ ਮੈਂ ਉਹਦਾ ਦਾਸ ਹੋ ਗਿਆ। ਇਹ ਪਰਉਪਕਾਰ ਮੇਰੋ ਪ੍ਰਭ ਜੀ ਕੀਨ, ਇਹ ਉਹਨੇ ਕੀਤਾ ਪਰਉਪਕਾਰ। ਤਾਂ ਹੁਣ ਦੋ ਤਰ੍ਹਾਂ ਦੀ ਜ਼ਿੰਦਗੀ ਹੁੰਦੀ ਆ, ਸ਼ੁਕਰਾਨੇ ਵਾਲੀ, ਉਹਦੇ ਗੁਣਾਂ ਨੂੰ ਯਾਦ ਕਰਕੇ ਜਿਉਣ ਵਾਲੀ, ਤੇ ਸ਼ਿਕਵਿਆਂ ਵਾਲੀ। ਸ਼ੁਕਰਾਨੇ ਵਾਲੀ ਜ਼ਿੰਦਗੀ ਵਿੱਚ ਆਨੰਦ ਆ, ਸ਼ਿਕਵਿਆਂ ਵਾਲੀ ਜ਼ਿੰਦਗੀ ਦੇ ਵਿੱਚ ਉਲਾਂਭੇ ਆ ਤੇ ਰੱਬ ਨੂੰ ਮੇਰੇ ਲਈ ਇਹ ਨਹੀਂ ਕੀਤਾ, ਜਾਂ ਹੋਰ ਗੱਲਾਂ ਨੇ ਇਹਦੇ ਵਿੱਚ ਲੁਕੀਆਂ ਹੋਈਆਂ। ਜੀਵਨ ਜਾਂਚ ਇਹਦੇ ਵਿੱਚ ਜਿਹੜੀ ਆ, ਜੀਵਨ ਜਾਂਚ ਵਧੀਆ ਤਰੀਕੇ ਦੀ ਨਹੀਂ ਹੁੰਦੀ। ਜੀਵਨ ਤਾਂ ਫਿਰ ਸ਼ੁਕਰਾਨੇ ਵਿੱਚ ਹੀ ਹੁੰਦਾ। ਉਹੀ ਗੁਰੂ ਪਾਤਸ਼ਾਹ ਜੀ ਨੇ ਕਰਨਾ ਦੱਸਿਆ। ਆਓ ਆਪਾਂ ਇਹਨੂੰ ਹੁਣ ਸਮਝਦੇ ਹਾਂ ਕੀ ਆ ਇਹ ਸ਼ਬਦ ਵਿੱਚ। ਟੋਡੀ ਮਹੱਲਾ ਪੰਜਵਾ। ਰਾਗ ਦਾ ਨਾਮ ਹੈ ਟੋਡੀ। ਮਹੱਲਾ ਪੰਜਵਾ ਗੁਰੂ ਅਰਜਨ ਦੇਵ ਜੀ ਦਾ ਸ਼ਬਦ, ਤੇ ਘਰ ਵੀ ਪੰਜਵਾ, ਦੋ ਪਦੇ। ਪੰਜਵੇਂ ਘਰ ਦੇ ਵਿੱਚ ਗਾਉਣ ਲਈ ਕਹਿ ਰਹੇ ਆ। ਦੋ ਪਦਿਆਂ ਵਾਲਾ ਇਹ ਸ਼ਬਦ ਹੈ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਉਹ ਵਾਹਿਗੁਰੂ ਇੱਕ ਹੈ, ਉਹ ਸ਼ਕਤੀ, ਪਰਮ ਸ਼ਕਤੀ, ਦੁਨੀਆ ਨੂੰ ਸਾਜਣ ਵਾਲੀ, ਪਾਲਣ ਵਾਲੀ ਤੇ ਢਾਉਣ ਵਾਲੀ, ਮਿਟਾਉਣ ਵਾਲੀ ਵੀ ਇੱਕੋ ਹੀ ਆ, ਉਹੀ ਆ, ਉਹਦੇ ਬਿਨਾਂ ਕੋਈ ਨਹੀਂ। ਸਤਿਗੁਰ ਪ੍ਰਸਾਦ, ਸੱਚੇ ਗੁਰੂ ਦੇ ਪ੍ਰਸਾਦ ਦੁਆਰਾ ਹੀ ਉਹਦੀ ਪ੍ਰਾਪਤੀ ਹੁੰਦੀ ਆ। ਸੱਚੇ ਗੁਰੂ ਦੇ ਪ੍ਰਸਾਦ ਦੁਆਰਾ ਹੀ ਉਹਦੀ ਸਰੂਪ ਦੀ ਪ੍ਰਾਪਤੀ ਹੁੰਦੀ ਹੈ ਜੀ। ਉਹਦੇ ਜੈਸਾ ਸੁਭਾਅ ਬਣਦਾ, ਜਾਂ ਆਪਾਂ ਚੰਗੇ ਇਨਸਾਨ ਬਣਦੇ ਹਾਂ ਜੇ ਗੁਰੂ ਦੀ ਰਹਿਮਤ ਹੋ ਜੇ, ਜਾਂ ਕੋਈ ਭਗਤ ਬਣਦਾ, ਜਾਂ ਕੋਈ ਗੁਰਸਿੱਖ ਬਣਦਾ, ਇਹ ਸਾਰਾ ਉਹਦਾ ਪ੍ਰਸਾਦ ਹੀ ਆ। ਐਸੋ ਗੁਣ ਮੇਰੋ ਪ੍ਰਭ ਜੀ ਕੀਨ। ਐਸੋ ਗੁਣ, ਇਹੋ ਜਿਹੇ ਪਰਉਪਕਾਰ ਮੇਰੇ ਰੱਬ ਨੇ ਮੇਰੇ ਤੇ ਕੀਤੇ ਆ। ਐਸੋ ਗੁਣ, ਗੁਣ ਤੋਂ ਭਾਵ ਪਰਉਪਕਾਰ। ਇਹੋ ਜਿਹੇ ਪਰਉਪਕਾਰ ਮੇਰੋ ਪ੍ਰਭ ਜੀ, ਮੇਰੇ ਰੱਬ ਜੀ ਨੇ ਕੀਨ, ਮੇਰੇ ਉੱਤੇ ਕੀਤੇ ਆ। ਪੰਜ ਦੋਖ, ਪੰਜ ਦੋਖ ਤੋਂ ਭਾਵ ਪੰਜੇ ਵਿਕਾਰ। ਇਹਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਹਿੰਦੇ ਆ। ਅਰ ਅਹੰਗ ਰੋਗ, ਅਤੇ ਅਹੰਗ ਰੋਗ, ਹੰਕਾਰ ਦੀ ਬਿਮਾਰੀ ਵੀ। ਇਹ ਤਨ ਤੇ ਸਗਲ ਦੂਰ ਕੀਨ, ਇਹ ਤਨ ਤੇ ਸਗਲ ਦੂਰ ਕੀਨ। ਇਹ ਸਰੀਰ ਤੋਂ ਦੂਰ ਕਰ ਦਿੱਤੀਆਂ ਨੇ, ਮੇਰੇ ਪਿੰਡੇ ਤੋਂ ਦੂਰ ਕਰ ਦਿੱਤੀਆਂ। ਜਿੰਨੇ ਵੀ ਇਹ ਬਿਮਾਰੀਆਂ ਸੀ ਲਾਂਭੇ ਕਰ ਦਿੱਤੀਆਂ। ਐਸੇ ਪਰਉਪਕਾਰ ਰੱਬ ਜੀ ਨੇ ਮੇਰੇ ਉੱਪਰ ਕੀਤੇ ਆ। ਵਿਕਾਰ ਵੀ ਨਹੀਂ ਰਹੇ, ਹੰਕਾਰ ਦੀ ਬਿਮਾਰੀ ਵੀ ਨਹੀਂ ਰਹੀ। ਹੁਣ ਇਹੋ ਜਿਹੀ ਅਵਸਥਾ ਬਣ ਗਈ ਹੈ। ਤਾਂ ਇੱਥੇ ਜਿਹੜੀ ਗੱਲ ਗੁਰੂ ਅਰਜਨ ਦੇਵ ਜੀ ਕਹਿ ਰਹੇ ਆ, ਇਹ ਬਹੁਤ ਵੱਡਾ ਪਰਉਪਕਾਰ ਆ ਰੱਬ ਦਾ। ਕਈਆਂ ਨੂੰ ਰੱਬ ਦੌਲਤ ਦੇ ਦਿੰਦਾ, ਕਈਆਂ ਨੂੰ ਰੱਬ ਸ਼ੌਹਰਤ ਦੇ ਦਿੰਦਾ, ਪਰ ਉਹਦੇ ਨਾਲ ਹਉਮੈ ਵੀ ਆ ਜਾਂਦੀ ਆ। ਇੱਥੇ ਤਾਂ ਉਹ ਕਹਿ ਰਹੇ ਆ ਕਿ ਹਉਮੈ ਹੀ ਦੂਰ ਹੋ ਗਈ ਮੇਰੀ। ਪੰਜ ਦੋਖ ਅਰ ਅਹੰਗ ਰੋਗ, ਇਹ ਤਨ ਤੇ ਸਗਲ ਦੂਰ ਕੀਨ। ਇੱਕ ਕਹਾਣੀ ਮਹਾਂਪੁਰਖਾਂ ਨੇ ਕਹੀ, ਪੜ੍ਹ ਰਿਹਾ ਸੀ, ਸੁਣੋਗੇ ਤੇ ਸਮਝ ਆਊਗੀ ਹਉਮੈ ਵਾਲੇ ਰੋਗ ਦੀ। ਰਾਜਾ ਸੀ ਕੋਈ ਨਗਰ ਦੇ ਵਿੱਚ। ਕਿਸੇ ਨੇ ਦੱਸਿਆ ਕਿ ਆਪਣੇ ਨਗਰ 'ਚ ਕੋਈ ਫਕੀਰ ਬੰਦਾ ਰਹਿੰਦਾ, ਉਹਦੀ ਕਮਾਈ ਬਹੁਤ ਆ, ਬੰਦਗੀ ਬਹੁਤ ਆ। ਰਾਜਾ ਕਹਿਣ ਲੱਗਾ ਚਲੋ ਆਪਾਂ ਉਹਨੂੰ ਮਹਿਲਾਂ 'ਚ ਲਿਆਉਂਦੇ ਹਾਂ, ਫਿਰ ਲੈ ਕੇ ਆਉਂਦੇ ਮਹਿਲਾਂ 'ਚ, ਸੇਵਾ ਕਰਾਂਗੇ ਉਹਦੀ। ਰੱਥ 'ਤੇ ਸਵਾਰ ਹੋਇਆ, ਸ਼ਰਧਾ ਬਣਾ ਕੇ ਸਵਾਰ ਹੋਇਆ। ਫਕੀਰ 'ਤੇ ਸ਼ਰਧਾ ਰੱਖੀ ਹੈ। ਆਪਦੇ ਰਥਵਾਹੀ ਨੂੰ ਕਿਹਾ ਕਿ ਚਲਾ ਰੱਥ। ਆ ਗਿਆ ਉੱਥੇ ਜਿੱਥੇ ਫਕੀਰ ਬੈਠਾ ਬਾਜ਼ਾਰ ਦੇ ਵਿੱਚ। ਉਤਰ ਕੇ ਆਇਆ, ਕਹਿਣ ਲੱਗਾ ਫਕੀਰ
ਚੱਲੋ ਮੇਰੇ ਮਹਿਲਾਂ ਦੇ ਵਿੱਚ, ਮੈਂ ਤੁਹਾਨੂੰ ਲੈਣ ਵਾਸਤੇ ਆਇਆ, ਸੇਵਾ ਕਰਨੀ ਚਾਹੁੰਦਾ ਤੁਹਾਡੀ। ਉਹ ਹੁਣ ਫਕੀਰ ਸਿੱਧਾ ਸਾਧਾ ਸੀ, ਬਿਲਕੁਲ ਉੱਠ ਕੇ ਖੜਾ ਹੋ ਗਿਆ। ਉਹ ਕਹਿੰਦਾ ਚਲੋ ਜੀ, ਹੁਣ ਮਹਿਲਾਂ ਨਾਲ ਕੋਈ ਫਰਕ ਨਹੀਂ, ਹੁਣ ਕੁੱਲੀ ਨਾਲ ਕੋਈ ਫਰਕ ਨਹੀਂ, ਜਿੱਥੇ ਹੈਗਾ ਬਸ ਮੌਜ ਵਿੱਚ ਸੀ, ਆਨੰਦ ਵਿੱਚ। ਉੱਠ ਕੇ ਖੜਾ ਕੀ ਹੋ ਗਿਆ, ਰਾਜੇ ਦੀ ਅੱਧੀ ਸ਼ਰਧਾ ਖਤਮ ਕਰਤੀ ਉਹਨੇ। ਇਸ ਤਰ੍ਹਾਂ ਰਾਜੇ ਨੂੰ ਲੱਗਾ ਵੀ ਇਹ ਤਾਂ ਤਿਆਰ ਹੀ ਬੈਠਾ ਸੀ ਜਾਣ ਨੂੰ। ਇਹੋ ਜਿਹੇ ਮਲੰਗ ਫਕੀਰ ਤਾਂ ਤਿਆਰ ਹੀ ਰਹਿੰਦੇ ਆ ਵੀ ਰਾਜ ਭਾਗ 'ਚ ਜਾਈਏ, ਮੌਜਾਂ ਮਾਣੀਏ। ਅੱਧੀ ਸ਼ਰਧਾ ਖਤਮ ਹੋ ਗਈ ਰਾਜੇ ਦੀ, ਉੱਥੇ ਹੀ ਮੌਕੇ 'ਤੇ ਅੱਧੀ ਸ਼ਰਧਾ ਟੁੱਟ ਗਈ। ਜਦੋਂ ਸ਼ਰਧਾ ਹੀ ਨਾ ਰਵੇ ਫਿਰ ਵਿਸ਼ਵਾਸ ਨਹੀਂ ਬਣਦਾ ਕਿਸੇ ਬੰਦੇ 'ਚ, ਚਾਹੇ ਰਿਸ਼ਤਾ ਉਹ, ਚਾਹੇ ਗੁਰੂ ਜੀ ਆ, ਚਾਹੇ ਪਤਨੀ ਆ, ਚਾਹੇ ਪਤੀ ਆ। ਵਿਸ਼ਵਾਸ ਆ ਤੇ ਰਿਸ਼ਤਾ ਹੈ, ਵਿਸ਼ਵਾਸ ਨਹੀਂ ਤਾਂ ਰਿਸ਼ਤਾ ਖਤਮ। ਅੱਧਾ ਤਾਂ ਉਹਦਾ ਰਿਸ਼ਤਾ ਉੱਥੇ ਖਤਮ ਹੋ ਗਿਆ ਸੀ। ਮਨ ਉਹਦਾ ਕਹੀ ਜਾਂਦਾ ਲੈ ਇਹ ਤਾਂ ਤਿਆਰ ਹੀ ਬੈਠੇ ਹੁੰਦੇ, ਇਹ ਤਾਂ ਚਾਹੁੰਦੇ ਆ ਇਹਨਾਂ ਨੂੰ ਲੈ ਕੇ ਆਓ। ਇਹਦਾ ਤਿਆਰ ਸੀ, ਕੋਈ ਨਾ ਨੁੱਕਰ ਨਹੀਂ ਕੀਤੀ। ਜਿੰਨਾ ਸਮਾਂ ਕੋਈ ਪਖੰਡ ਨਾ ਕਰੇ ਅੱਜ ਦੀ ਦੁਨੀਆ 'ਚ, ਲੋਕ ਉਹਨੂੰ ਕੁਝ ਮੰਨਦੇ ਹੀ ਨਹੀਂ। ਫਿਰ ਜਿੰਨਾ ਸਮਾਂ ਉਹ ਦਿਖਾਵੇ ਨਾ, ਬਨਾਵਟੀ ਰੂਪ ਨਾ ਬਣਾਵੇ, ਤਾਂ ਸੰਤ ਤਾਂ ਇਹੋ ਜਿਹੇ ਹੁੰਦੇ ਆ। ਫਿਰ ਉਹ ਬਹਿ ਗਿਆ ਰੱਥ ਵਿੱਚ, ਹੁਣ ਕੁਝ ਕਰ ਨਹੀਂ ਸੀ ਸਕਦਾ, ਕਹਿ ਬੈਠਾ ਸੀ ਤੇ ਘਰ ਲੈ ਆਇਆ ਉਸ ਫਕੀਰ ਨੂੰ ਤੇ ਸੋਹਣਾ ਪਲੰਘ ਦਿੱਤਾ ਸੌਣ ਵਾਸਤੇ, ਵਧੀਆ ਭੋਜਨ ਦਿੱਤਾ। 2-3 ਦਿਨ ਬੀਤੇ ਤੇ ਮਨ 'ਚ ਜਿਹੜੇ ਸਵਾਲ ਸੀ ਉਹ ਬਾਹਰ ਆਉਣ ਲੱਗ ਗਏ ਰਾਜੇ ਦੇ। ਰੋਟੀ ਖਾ ਰਹੇ ਸੀ ਇੱਕ ਦਿਨ ਦੋਨੋਂ ਇਕੱਠੇ ਬੈਠੇ। ਕਹਿਣ ਲੱਗਾ ਫਕੀਰ ਜੀ, ਹੁਣ ਤਾਂ ਵਧੀਆ ਤੁਹਾਡੀ ਜ਼ਿੰਦਗੀ ਆ, ਪਲੰਘ ਵੀ ਉਹੀ ਆ ਜੀ ਤੇ ਮੈਂ ਸੌਣਾ, ਬਿਲਕੁਲ ਉੱਦਾਂ ਦਾ ਬਣਾ ਕੇ ਦਿੱਤਾ। ਭੋਜਨ ਵੀ ਉਹ ਖਾਂਦੇ ਆ ਜਿਹੜਾ ਮੈਂ ਖਾਂਦਾ, ਕੱਪੜੇ ਵੀ ਉਹ ਪਾਉਂਦੇ ਹੋ ਜਿਹੋ ਜਿਹੇ ਮੈਂ ਪਾਉਂਦਾ, ਨਵੇਂ ਲੈ ਤੇ। ਹੁਣ ਫਰਕ ਕੀ ਆ ਤੁਹਾਡੇ ਤੇ ਮੇਰੇ 'ਚ? ਕੀ ਫਰਕ ਆ ਦੋਵਾਂ ਦੇ ਵਿੱਚ? ਆਪਣੇ ਕੋਈ ਫਰਕ ਨਹੀਂ, ਮੈਨੂੰ ਨਹੀਂ ਲੱਗਦਾ। ਰੋਟੀ ਸਾਡੀ ਇੱਕੋ ਜਿਹੀ ਆ, ਪਲੰਘ ਜਿੱਥੇ ਸੌਂਦੇ ਹੋ ਇੱਕੋ ਜਿਹਾ ਲੈ ਤਾ ਤੁਹਾਨੂੰ ਵੀ ਮੈਂ ਲਿਆ ਤਾ ਉਹੋ ਜਿਹਾ, ਕੱਪੜੇ ਬਸਤਰ ਵੀ ਵਧੀਆ ਲੈਤੇ ਆ, ਬਹੁਤ ਸੋਹਣੇ ਬਸਤਰ, ਕੀਮਤੀ। ਹੁਣ ਫਰਕ ਕੀ ਆ? ਉਹ ਕਹਿਣ ਲੱਗਾ ਕੱਲ੍ਹ ਨੂੰ ਮੈਂ ਤੁਹਾਨੂੰ ਦੱਸੂ ਫਰਕ ਕੀ ਆ, ਕੱਲ੍ਹ ਨੂੰ ਆਪਾਂ ਚੱਲਾਂਗੇ ਬਾਹਰ, ਹੁਣ ਰਾਤ ਹੋ ਗਈ ਆ, ਸਵੇਰ ਦੀ ਸੈਰ ਕਰਨ ਚੱਲਾਂਗੇ। ਫਕੀਰ ਨੇ ਆਖਿਆ, ਸਵੇਰ ਹੋਈ, ਵਾਅਦੇ ਮੁਤਾਬਕ ਚੱਲੇ ਆ। ਰਾਜਾ ਵੀ ਟੁਰ ਪਿਆ ਤੇ ਫਕੀਰ ਵੀ। ਅੱਧਾ ਕੁ ਚੱਲੇ। ਉਹ ਕਹਿੰਦੇ ਦੱਸੋ ਜੀ ਫਰਕ ਕੀ ਆਪਣੇ ਦੋਨਾਂ 'ਚ? ਹੁਣ ਇੱਕੋ ਜਿਹਾ ਹੀ ਆ ਸਭ ਕੁਝ। ਉਹ ਕਹਿੰਦੇ ਅੱਗੇ ਚੱਲੋ ਦੱਸਦਾ। ਥੋੜ੍ਹੀ ਜਿਹੀ ਕੋ ਹੋਰ ਚੱਲੇ। ਰਾਜਾ ਬਹੁਤ ਉਤਸੁਕ ਸੀਗਾ, ਜਿਵੇਂ ਕਿ ਉਹਦੇ ਮਨ 'ਚ ਸੀ ਵੀ ਦੱਸੇ ਹੁਣੇ ਫਰਕ ਕੀ ਆ। ਉਹ ਕਹਿੰਦਾ ਹੋਰ ਅੱਗੇ ਚੱਲੋ, ਹੋਰ ਅੱਗੇ ਚੱਲੋ। ਇੱਦਾਂ ਕਰਦੇ ਆ ਸਰਹੱਦ ਆ ਗਈ, ਹੱਦ ਆ ਗਈ ਰਾਜੇ ਦੇ ਰਾਜ ਭਾਗ ਦੀ। ਫਕੀਰ ਕਹਿਣ ਲੱਗਾ ਆਓ ਅੱਗੇ ਚੱਲੀਏ। ਰਾਜਾ ਕਹਿੰਦਾ ਬਸ ਇਦੋਂ ਅੱਗੇ ਨਹੀਂ ਮੈਂ ਜਾ ਸਕਦਾ, ਹੁਣ ਇੱਥੇ ਮੇਰੇ ਰਾਜ ਦੀ ਹੱਦ ਖਤਮ ਹੋ ਗਈ। ਅੱਗੇ ਜਾਊਂ ਤੇ ਦੂਜਾ ਰਾਜਾ ਮਾਰ ਦੂ ਮੈਨੂੰ, ਜਾ ਨਹੀਂ ਸਕਦਾ। ਫਕੀਰ ਕਹਿਣ ਲੱਗਾ ਜਵਾਬ ਤੈਨੂੰ ਹੁਣ ਮਿਲ ਗਿਆ ਹੋਊਗਾ, ਇਹੀ ਫਰਕ ਆ। ਖਾਣਾ ਇੱਕੋ ਜਿਹਾ ਖਾ ਰਹੇ ਹਾਂ, ਪਲੰਘ ਇੱਕੋ ਜਿਹਾ ਹੈ, ਕੱਪੜੇ ਇੱਕੋ ਜਿਹੇ ਪਾ ਲਏ, ਫਿਰ ਵੀ ਫਰਕ ਆ। ਤੁਹਾਡਾ ਸਭ ਕੁਝ ਪਿੱਛੇ ਹੀ ਹੁੰਦਾ ਰਾਜਨ, ਤੇ ਅਸੀਂ ਕਦੇ ਪਿੱਛੇ ਮੁੜ ਕੇ ਦੇਖਿਆ ਨਹੀਂ। ਜਦੋਂ ਤੁਰ ਪਏ ਤੇਰਾ ਰਾਜ ਪਿੱਛੇ, ਤੇਰੇ ਮਹਿਲ ਪਿੱਛੇ, ਤੇਰਾ ਪਰਿਵਾਰ ਪਿੱਛੇ, ਤੇਰਾ ਖਜ਼ਾਨਾ ਪਿੱਛੇ, ਤੇਰੀ ਮਾਇਆ ਪਿੱਛੇ, ਤੇਰਾ ਸਭ ਕੁਝ ਪਿੱਛੇ ਆ, ਧਿਆਨ ਤੇਰਾ ਪਿੱਛੇ ਆ। ਅਸੀਂ ਉਹ ਲੋਕ ਹਾਂ ਅਗਾਹਾਂ ਕੂ ਤਰਾਂਗ, ਪਿੱਛਾ ਫੇਰਨਾ ਮੁਹੱਡੜਾ। ਜਦੋਂ ਤੁਰ ਪਏ ਰਾਹ ਤੇ ਰੱਬ ਵਾਲੇ ਤੇ ਪਿੱਛੇ ਮੁੜ ਕੇ ਨਹੀਂ ਵੇਖਿਆ, ਅੱਗੇ 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 ਅੱਗੇ। ਉਹ ਬੰਦੇ ਆ ਅਸੀਂ। ਅਗਾਹਾਂ ਕੂ ਤਰਾਂਗ, ਪਿੱਛਾ ਫੇਰਨਾ ਮੁਹੱਡੜਾ। ਨਾਨਕ ਸਿੰਝ ਅਵੇਹਾ ਵਾਰ, ਬਹੁੜ ਨਾ ਹੋਵੀ ਜਨਮੜਾ। ਤੁਸੀਂ ਪਿੱਛੇ ਵਹਿੰਦੇ ਹੋ ਤੇ ਵਾਰ-ਵਾਰ ਜਨਮ ਲੈਂਦੇ ਹੋ।
ਅਸੀਂ ਕਦੇ ਪਿੱਛੇ ਨਹੀਂ ਮੁੜ ਕੇ ਤੱਕਿਆ। ਕੱਪੜੇ ਲਾ ਕੇ ਉਹਨੇ ਸੁੱਟ ਤੇ ਰਾਜੇ ਦੇ ਉੱਥੇ, ਕਹਿੰਦਾ ਆਹ ਚੱਕ ਤੇਰੇ ਕੱਪੜੇ। ਇੱਕ ਮਲੰਗ ਫਕੀਰ, ਮਸਤ ਫਕੀਰ, ਰੱਬ ਦਾ ਬੰਦਾ ਰਾਜੇ ਨਾਲੋਂ ਲੱਖਾਂ ਗੁਣਾ ਵਧੀਆ ਹੁੰਦਾ। ਉਹ ਰਾਜਾ ਜਿਹਦੇ ਕੋਲ ਸਿਰਫ ਪੈਸੇ ਹੀ ਆ, ਧਰਤੀ ਦੇ ਟੁਕੜੇ ਆ, ਹੋਰ ਕੁਝ ਨਹੀਂ ਉਹਦੇ ਪੱਲੇ। ਕੱਪੜੇ ਉਹਨੇ ਲਾ ਕੇ ਸੁੱਟ ਤੇ ਉੱਥੇ, ਕਹਿੰਦਾ ਆਹ ਚੱਕ ਆਪਦੇ ਕੱਪੜੇ, ਨਹੀਂ ਮੈਨੂੰ ਚਾਹੀਦੇ, ਮੇਰਾ ਸਧਾਰਨ ਕੱਪੜਿਆਂ ਨਾਲ ਸਰ ਜੂਗਾ। ਇਸ ਤਰ੍ਹਾਂ ਕਹਿਣ ਦਾ ਭਾਵ ਇਹ ਆ, ਹੁਣ ਜਿਹੜੇ ਪਰਉਪਕਾਰ ਗੁਰੂ ਸਾਹਿਬ ਕਰਦੇ ਆ, ਉਹਨਾਂ ਨੂੰ ਨਜ਼ਰ ਆਉਣਾ ਕਿ ਮੇਰੇ ਤੇ ਪਰਉਪਕਾਰ ਕੀਤਾ, ਇਹ ਗੁਰੂ ਦੀ ਕਿਰਪਾ ਹੁੰਦੀ ਹੈ। ਹੁਣ ਤੁਸੀਂ ਇਹਨੂੰ ਇਵੇਂ ਸਮਝੋ, ਸਮਾਜਿਕ ਤੌਰ 'ਤੇ ਵੱਧ ਸਮਝੋ, ਕਿਉਂਕਿ ਬੰਦੇ ਦੀ ਸੋਚ ਉੱਥੇ ਅਟਕੀ ਆ। ਪਰਮਾਰਥ ਦੀਆਂ ਪੌੜੀਆਂ ਵਿਰਲੇ ਚੜ੍ਹਦੇ ਆ। ਅਸੀਂ ਸਮਾਜ ਦੀ ਉਦਾਹਰਨ ਨਾਲ ਸਮਝਦੇ ਹਾਂ, ਕਿਉਂਕਿ ਰਹਿੰਦੇ ਉੱਥੇ ਆ। ਤੁਹਾਨੂੰ ਕਦੇ ਲੋੜ ਪਈ ਜ਼ਿੰਦਗੀ 'ਚ, ਕਿਸੇ ਬੰਦੇ ਨੇ ਤੁਹਾਨੂੰ ਪੈਸੇ ਦੇ ਦਿੱਤੇ, ਤੁਹਾਨੂੰ ਕਦੇ ਲੋੜ ਪਈ ਜ਼ਿੰਦਗੀ ਵਿੱਚ, ਕਿਸੇ ਨੇ ਪੈਸੇ ਉਧਾਰ ਦੇਤੇ, ਚਾਹੇ ਉਧਾਰ ਦੇਤੇ, ਤੁਸੀਂ ਉਹਨੂੰ ਵਰਤ ਲਿਆ, ਤੁਸੀਂ ਸਮੇਂ ਸਿਰ ਉਹਨੂੰ ਮੋੜ ਤੇ। ਹੁਣ ਜਦੋਂ ਬੰਦਾ ਤੁਹਾਡੇ ਕੋਲੋਂ ਦੀ ਲੰਘ ਰਿਹਾ, ਜੇ ਤਾਂ ਇਹ ਗੱਲ ਅੰਦਰ ਫੁੱਟ ਰਹੀ ਆ, ਤੁਹਾਡੇ ਬਣ ਰਹੀ ਆ ਕਿ ਮੈਂ ਤਾਂ ਸਿਰਫ ਪੈਸੇ ਫੜੇ ਸੀ ਤੇ ਪੈਸੇ ਮੋੜਤੇ ਸੀ, ਜੇ ਇਹ ਮਨ ਕਹਿ ਰਿਹਾ ਕਿ ਮੈਂ ਤਾਂ ਲਏ ਤੇ ਮੋੜਤੇ, ਬਸ ਕੋਈ ਉਹ ਬੰਦੇ ਦਾ ਅੰਦਰੋਂ ਪਰਉਪਕਾਰ ਨਜ਼ਰ ਨਹੀਂ ਆ ਰਿਹਾ ਤੁਹਾਨੂੰ ਕਿ ਇਹਨੇ ਉਹ ਸਮੇਂ ਤੇ ਤੁਹਾਡੀ ਲੋੜ ਪੂਰੀ ਕੀਤੀ, ਇਹ ਸਿਰਫ ਉਦਾਹਰਨ ਆ ਛੋਟੀ ਜਿਹੀ, ਤਾਂ ਤੁਸੀਂ ਬਹੁਤ ਅਕ੍ਰਿਤਕਣ ਬੰਦੇ ਹੋ। ਕਿਉਂਕਿ ਜੇ ਉਹ ਉਸ ਵਕਤ ਨਾ ਲੋੜ ਪੂਰੀ ਕਰਦਾ ਤੇ ਤੁਹਾਡਾ ਉਹ ਕਾਰਜ ਨਹੀਂ ਸੀ ਪੂਰਾ ਹੋਣਾ। ਇਹ ਛੋਟੀ ਗੱਲ ਆ। ਇਦੋਂ ਜੇ ਤੁਸੀਂ ਬੰਦਿਆਂ ਦਾ ਅਦਬ ਕਰਨਾ ਨਹੀਂ ਸਿੱਖਿਆ, ਪਰਉਪਕਾਰ, ਕਿਸੇ ਦਾ ਗੁਣ ਕੀਤਾ, ਉਹਦਾ ਸਤਿਕਾਰ ਕਰਨਾ ਨਹੀਂ ਸਿੱਖਿਆ, ਤੁਸੀਂ ਜਿਹੜਾ ਬਹੁਤ ਗੁਣ ਤੁਹਾਡੇ ਤੇ ਕਰ ਰਿਹਾ, ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਜਿਹਨੇ ਤੁਹਾਡਾ ਬਦਨ ਬਣਾਇਆ, ਦਿਲ ਨੂੰ ਧੜਕਾਇਆ, ਰੁੱਤਾਂ ਬਦਲੀਆਂ, ਸਭ ਕੁਝ ਕੀਤਾ, ਉਹਦਾ ਤੁਸੀਂ ਪਰਉਪਕਾਰ, ਉਹਦਾ ਸ਼ੁਕਰਾਨਾ ਕਿਵੇਂ ਕਰੋਗੇ? ਜੇ ਤੁਸੀਂ ਛੋਟੀ ਜਿਹੀ ਗੱਲ ਨਹੀਂ ਕਰ ਰਹੇ, ਊੜਾ ਆੜਾ ਨਹੀਂ ਸਿੱਖ ਰਹੇ, ਤੁਸੀਂ ਅੱਖਰ ਜੋੜਨੇ ਨਹੀਂ ਸਿੱਖ ਸਕਦੇ, ਅਖਬਾਰ ਪੜ੍ਹਨਾ ਨਹੀਂ ਤੁਸੀਂ ਸਿੱਖ ਸਕਦੇ। ਇਹ ਐਗਜ਼ਾਮਪਲ ਆ ਸਿਰਫ। ਜੇ ਤੁਸੀਂ ਰੱਬ ਦੇ ਬਣਾਏ ਬੰਦਿਆਂ ਦੇ ਕੀਤੇ ਪਰਉਪਕਾਰ ਦਾ ਸ਼ੁਕਰਾਨਾ ਕਰਨਾ ਨਹੀਂ ਸਿੱਖ ਰਹੇ, ਤਾਂ ਤੁਸੀਂ ਰੱਬ ਦਾ ਸ਼ੁਕਰਾਨਾ ਕਦੇ ਨਹੀਂ ਕਰ ਪਾਓਗੇ। ਤਾਂ ਹੀ ਜਿਹੜੇ ਸੂਫੀ ਫਕੀਰ ਆ, ਉਹ ਕਹਿੰਦੇ ਨੇ, ਜਦੋਂ ਤੁਹਾਨੂੰ ਕੋਈ ਪੁੱਛਦਾ ਵੀ ਤੁਸੀਂ ਆਪਦੇ ਰੱਬ ਨੂੰ ਪਿਆਰ ਕਰਦੇ ਹੋ, ਉਹ ਕਹਿੰਦੇ ਆ ਤੁਸੀਂ ਚੁੱਪ ਹੀ ਰਹੋ, ਬੋਲਿਓ ਕੁਝ ਨਾ। ਉਦੋਂ ਬੋਲਿਓ ਕਿਉਂ ਨਾ? ਕਿਉਂਕਿ ਜੇ ਤਾਂ ਤੁਸੀਂ ਕਹਿਤਾ ਮੈਂ ਕਰਦਾ ਹਾਂ, ਤਾਂ ਫਿਰ ਤਾਂ ਆਪਦੇ ਕੰਮ ਦੇਖੋ ਵੀ ਤੁਹਾਡੇ ਕੰਮ ਹੈਗੇ ਆ ਉਹਨੂੰ ਪਿਆਰ ਕਰਨ ਵਾਲੇ। ਜੇ ਤੁਹਾਨੂੰ ਕੋਈ ਪੁੱਛੇ ਤੁਸੀਂ ਆਪਦੇ ਗੁਰੂ ਨੂੰ ਪਿਆਰ ਕਰਦੇ ਹੋ, ਗੁਰੂ ਨਾਨਕ ਜੀ ਨੂੰ, ਜੇ ਤਾਂ ਤੁਸੀਂ ਕਹੋਗੇ ਨਹੀਂ, ਫਿਰ ਤਾਂ ਤੁਸੀਂ ਬੇਮੁਖ ਹੋ ਜਾਓਗੇ, ਕਹਿਣ ਦੇ ਨਾਲ ਹੀ ਪਿੱਠ ਹੋ ਜਾਊ। ਜੇ ਕਹੋਗੇ ਮੈਂ ਕਰਦਾ, ਫਿਰ ਆਪਦੇ ਕੰਮ ਦੇਖ ਲਿਓ ਵੀ ਇਹ ਉਹਨੂੰ ਪਿਆਰ ਕਰਨ ਵਾਲੇ ਆ ਕਿ ਨਹੀਂ। ਤਾਂ ਉੱਥੇ ਉਹ ਕਹਿ ਰਹੇ ਆ ਕਿ ਚੁੱਪ ਚੰਗੀ ਹੁੰਦੀ ਆ। ਉੱਥੇ ਉਹ ਜਗ੍ਹਾ 'ਤੇ, ਹਰ ਜਗ੍ਹਾ 'ਤੇ ਨਹੀਂ, ਬੋਲਣਾ ਹੈ, ਜ਼ੁਬਾਨ ਰਸਨਾ ਉਹਨੇ ਦਿੱਤੀ ਆ, ਪਰ ਉੱਥੇ ਤੁਸੀਂ ਉਹ ਕਾਬਲ ਨਹੀਂ ਬਣੇ ਹਜੇ ਕਿ ਤੁਸੀਂ ਕੁਝ ਕਹਿ ਸਕੋ ਆਪਦੇ ਆਪ ਨੂੰ। ਕਿਉਂਕਿ ਜ਼ਿੰਦਗੀ ਦਾ ਜਿਹੜਾ ਨਿਸ਼ਾਨਾ ਹੈ ਉਹ ਪਰਮਾਰਥ ਨਹੀਂ, ਉਹ ਕੁਝ ਹੋਰ ਸੀਗਾ। ਜਿਹੜੀ ਚੀਜ਼ ਮਿਲ ਗਈ ਸਾਡੇ ਲਈ ਉਹੀ ਸਾਡਾ ਨਿਸ਼ਾਨਾ ਹੈ। ਇੱਦਾਂ ਦੀ ਜ਼ਿੰਦਗੀ ਆ। ਹੁਣ ਜਿਹੜੇ ਰੱਬ ਨੇ ਗੁਣ ਕੀਤੇ ਆ, ਹੁਣ ਉਹਨਾਂ ਦਾ ਮੈਂ ਸ਼ੁਕਰਾਨਾ ਕਰਾਂ, ਇਹ ਸਮਝ ਮੈਨੂੰ ਸੰਗਤ ਵਿੱਚੋਂ ਮਿਲਦੀ। ਕਿਸੇ ਬੰਦੇ ਨੇ ਮੈਨੂੰ ਲੋੜ ਪੈਣ 'ਤੇ ਪੈਸੇ ਦੇਤੇ, ਕੋਈ ਵੀ ਚੀਜ਼ ਤੁਹਾਨੂੰ ਲੈ ਕੇ ਦਿੱਤੀ, ਜੇਕਰ ਤੁਸੀਂ ਉਹਦਾ ਸ਼ੁਕਰਾਨਾ ਨਹੀਂ ਕਰ ਪਾਉਂਦੇ, ਤੁਸੀਂ ਬਹੁਤ ਵੱਡੇ ਅਕ੍ਰਿਤਕਣ ਹੋ। ਤੁਹਾਨੂੰ ਧਰਤੀ ਕਦੇ ਮਾਫ਼ ਨਹੀਂ ਕਰੂਗੀ। ਜਿਹੜੀ ਰੱਬ ਨੇ ਧਰਤੀ ਬਣਾਈ ਹੈ, ਜਿਹਦੇ 'ਤੇ ਤੁਸੀਂ ਤੁਰ ਰਹੇ ਹੋ, ਜਿਹਦੇ ਵਿੱਚੋਂ ਅੰਨ ਪੈਦਾ ਹੁੰਦਾ, ਜਿਹ 'ਚੋਂ ਪਾਣੀ ਨਿਕਲਦਾ, ਇਹਦੀ ਹਿੱਕ ਚੀਰ ਕੇ ਆਪਾਂ ਅਨਾਜ ਉਗਾਉਂਦੇ ਹਾਂ, ਉਹ ਧਰਤੀ ਨਹੀਂ ਕਦੇ ਬੰਦੇ ਨੂੰ ਮਾਫ਼ ਕਰਦੀ।
ਕਦੇ ਵੀ ਇਹੋ ਜਿਹੇ ਬੰਦਿਆਂ ਨੂੰ। ਧਰਤੀ ਨੂੰ ਉਹਨਾਂ ਦਾ ਹੀ ਬੋਝ ਆ, ਹੋਰ ਧਰਤੀ ਨੂੰ ਕਿਹਦਾ ਬੋਝ ਆ? ਦਰਖਤਾਂ ਦਾ ਕੋਈ ਬੋਝ ਨਹੀਂ, ਨਦੀਆਂ ਦਾ ਕੋਈ ਬੋਝ ਨਹੀਂ, ਸਮੁੰਦਰ ਕਿੱਡਾ ਵੱਡਾ ਉਹਦਾ ਕੋਈ ਭਾਰ ਨਹੀਂ, ਮਾਊਂਟ ਐਵਰੈਸਟ, ਹਿਮਾਲਾ ਕਿੱਡੀਆਂ ਚੋਟੀਆਂ ਇਹਨਾਂ ਦਾ ਕੋਈ ਭਾਰ ਨਹੀਂ। ਉਹ ਬੰਦਿਆਂ ਦਾ ਉਹਨੂੰ ਭਾਰ ਲੱਗਦਾ। ਭਾਰੀ ਭੂਈ ਅਕ੍ਰਿਤ ਕਣ ਮੰਦੀ ਹੂੰ ਮੰਦੇ। ਤਾਂ ਇਹ ਚੀਜ਼ਾਂ ਸਾਰੀਆਂ ਨੇ। ਗੁਰੂ ਬਾਬਾ ਨਾਨਕ ਜੀ ਮੱਕੇ ਗਏ, ਮਦੀਨੇ ਹੋ ਕੇ ਮੱਕੇ ਵਾਪਸ ਆਉਂਦੇ ਆ। ਮਦੀਨੇ ਵਿੱਚ ਉਹਨਾਂ ਦੀ ਖੜਾਵਨਾ ਹਜ਼ਰਤ ਮੁਹੰਮਦ ਸਾਹਿਬ ਦੀ ਕਬਰ ਦੇ ਨਾਲ ਹੀ ਉਹਨਾਂ ਰੱਖਤੀ। ਉੱਥੇ ਖੜਾਮ ਤਾਂ ਰੱਖੀ ਕਿ ਇਹ ਵਲੀ ਅੱਲਾ ਨੇ ਇੱਥੇ ਆਏ ਸੀ। ਬਾਅਦ ਵਿੱਚ ਗੁਰੂ ਨਾਨਕ ਜੀ ਮੱਕੇ ਆਉਂਦੇ ਆ। ਮੱਕੇ ਜਦੋਂ ਬੈਠੇ ਸੀ ਇੱਕ ਦਿਨ, ਤੇ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ, ਆਪਾਂ ਨੂੰ ਜਾਣਾ ਪੈਣਾ ਸੁਲਤਾਨਪੁਰ, ਬਹੁਤ ਦੂਰ ਆ, ਮੱਕਾ ਕਿੱਥੇ ਤੇ ਸੁਲਤਾਨਪੁਰ ਕਿੱਥੇ। ਹੁਣ ਜੇ ਤਾਂ ਤੁਸੀਂ ਇਹ ਵਿਗਿਆਨ ਦੇ ਹਿਸਾਬ ਨਾਲ ਸਮਝੋਗੇ, ਕਦੇ ਨਹੀਂ ਬਾਬੇ ਨੂੰ ਸਮਝ ਸਕਦੇ। ਜੇ ਆਪਾਂ ਤਰਕ ਰੱਖਾਂਗੇ ਕਿ ਇੰਨੀ ਵਾਟ ਕਿਵੇਂ ਉਹ ਤੈਅ ਹੋ ਜਾਂਦੀ ਹੈ ਥੋੜ੍ਹੇ ਦਿਨਾਂ 'ਚ, ਆਮ ਬੰਦਾ ਯਕੀਨ ਨਹੀਂ ਕਰੂਗਾ, ਤਰਕ ਬੁੱਧੀ ਯਕੀਨ ਨਹੀਂ ਕਰੂ। ਉੱਥੇ ਸ਼ਰਧਾ ਚਾਹੀਦੀ ਆ, ਪਹਿਲਾਂ ਸ਼ਰਧਾ ਰੱਖਣੀ ਪੈਂਦੀ ਆ, ਫਿਰ ਰਸ ਡਿੱਗਦਾ ਬੰਦੇ ਦੇ ਅੰਦਰ ਹੀ ਡਿੱਗਦਾ। ਸ਼ਰਧਾ ਬਹੁਤ ਜ਼ਰੂਰੀ ਆ, ਗਿਆਨ ਤੇ ਸ਼ਰਧਾ ਦੋਨੇ ਜ਼ਰੂਰੀ ਆ। ਇਸ ਕਰਕੇ ਫਿਰ ਉਹ ਕਹਿਣ ਲੱਗੇ, ਮਰਦਾਨਿਆਂ ਬੇਬੇ ਨਾਨਕੀ ਜੀ ਚੇਤੇ ਕਰਦੇ ਆ, ਜਾਣਾ ਪਊਗਾ। ਕਹਿਣ ਲੱਗੇ ਕਿ ਹੁਣ ਤਾਂ ਸ਼ਾਮ ਹੋ ਗਈ, ਤੇ ਸ਼ਾਮ ਤੋਂ ਬਾਅਦ ਹੁੰਦੀ ਆ ਰਾਤ, ਕਿ ਹੁਣੇ ਹੀ ਚੱਲਣਾ? ਕਹਿੰਦੇ ਬਿਲਕੁਲ, ਦੇਰ ਨਹੀਂ ਕਰਨੀ ਨਾ, ਵਾਅਦਾ ਕੀਤਾ ਸੀ। ਦੇਖੋ, ਜਿਹੜਾ ਗੁਰਸਿੱਖ ਹੋਵੇ ਉਹ ਬਚਨਾਂ ਦਾ ਕੱਚਾ ਨਹੀਂ ਹੁੰਦਾ। ਤੁਸੀਂ ਪੁਰਾਤਨ ਬਜ਼ੁਰਗ ਦੇਖਿਓ ਕਦੇ, ਉਹਨਾਂ ਦੇ ਇਤਿਹਾਸ ਜਿਹੜੀਆਂ ਆਪਣੇ ਤੋਂ ਵੀ ਪਹਿਲਾਂ ਪੀੜ੍ਹੀਆਂ ਹੋਈਆਂ, ਬਚਨਾਂ ਦੇ ਇੰਨੇ ਪੱਕੇ ਲੋਕ ਸੀ ਨਾ। ਘਰ ਭਾਵੇਂ ਉਹਨਾਂ ਦੇ ਕੱਚੇ ਜ਼ਰੂਰ ਸੀਗੇ, ਵਿਹੜੇ ਵੀ, ਪਰ ਬਚਨਾਂ ਦੇ ਕੱਚੇ ਸੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਾਂ ਜ਼ਫਰਨਾਮੇ 'ਚ ਕਹਿੰਦੇ ਆ, ਔਰੰਗਜ਼ੇਬ ਮੇਰੀ ਨਿਗਾਹ ਦੇ ਵਿੱਚ ਮਰਦੀ ਉਹ ਆ ਜੋ ਬਚਨ ਦਾ ਪੱਕਾ। ਮੈਂ ਉਹਨੂੰ ਮਰਦ ਨਹੀਂ ਕਹਿੰਦਾ ਜਿਹਦੇ ਡੋਲਿਆਂ 'ਚ ਜਾਨ ਆ ਜਾਂ ਬਹੁਤ ਵੱਡਾ ਸਰੀਰ ਆ, ਕੱਦ ਕਾਠ ਆ। ਮੈਂ ਮਰਦ ਉਹਨੂੰ ਗਿਣਦਾ ਜਿਹੜਾ ਬਚਨ ਦਾ ਬਲੀ ਆ। ਹਮੂ ਮਰਦ ਬਾਇਦ ਨਾ ਸ਼ਬਦ ਸੁਖ ਨਵਰ, ਦਰ ਸ਼ਿਕਮੇ ਦਿਗਰ ਦਰ ਦੇਹਾਨੇ ਦਿਗਰ। ਇਹ ਜ਼ਫਰਨਾਮੇ ਦੀਆਂ ਪੰਗਤੀਆਂ। ਮਰਦ ਉਹ ਹੁੰਦਾ ਜਿਹੜਾ ਬਚਨ ਦਾ ਪੱਕਾ ਹੋਵੇ। ਹੁਣ ਬੇਬੇ ਨਾਨਕੀ ਨਾਲ ਬਚਨ ਸੀ, ਜਦੋਂ ਤੂੰ ਮੈਨੂੰ ਯਾਦ ਕਰੇਂਗੀ ਕਿਸੇ ਵਕਤ ਬਹੁਤ ਪ੍ਰੀਤ ਹੋਊਗੀ, ਬਹੁਤ ਸਰੀਰ ਦੇ ਦਰਸ਼ਨ ਕਰਨੇ ਆ, ਹੁਣ ਚਾਹੁੰਦੀ ਆ ਤੇ ਮੈਂ ਆਊਂਗਾ। ਤੇ ਆ ਗਏ। ਫਿਰ ਉੱਥੇ ਛਿਨਾਂ ਵਿੱਚ ਹੀ ਆ ਗਏ, ਸਕਿੰਟਾਂ 'ਚ ਹੀ ਆ ਗਏ। ਹੁਣ ਇਹ ਗੱਲ ਨੂੰ ਮੱਕੇ ਤੋਂ ਇੱਕਦਮ ਸੁਲਤਾਨਪੁਰ ਆਉਣਾ ਬੰਦਾ ਨਹੀਂ ਮੰਨੇਗਾ, ਪਰ ਆ ਗਏ ਗੁਰੂ ਜੀ। ਜਦੋਂ ਆਏ ਤੇ ਦੂਰੋਂ ਤੁਲਸਾਂ ਦਾਸੀ ਨੇ ਦੇਖਿਆ ਆ ਰਹੇ ਆ, ਆਵਾਜ਼ ਦਿੱਤੀ ਬੇਬੇ ਨਾਨਕੀ ਨੂੰ ਕਿ ਤੁਹਾਡਾ ਵੀਰ ਆ ਰਿਹਾ। ਪਿੱਛੇ ਭਾਈ ਮਰਦਾਨਾ ਜੀ ਤੇ ਬਾਲਾ ਜੀ ਵੀ ਆ ਰਹੇ ਆ। ਜਦੋਂ ਘਰ ਅੰਦਰ ਦਾਖਲ ਹੋਏ, ਸੋਹਣਾ ਜਿਹਾ ਪਲੰਘ ਢਾਇਆ ਤੇ ਬੈਠਣ ਵਾਸਤੇ, ਤੇ ਬੇਬੇ ਨਾਨਕੀ ਜੀ ਦੇ ਪੈਰ ਨਹੀਂ ਲੱਗ ਰਹੇ ਸੀਗੇ ਉਸ ਦਿਨ ਜ਼ਮੀਨ ਤੇ। ਖੁਸ਼ੀ ਬਹੁਤ ਸੀ, ਚਾਅ ਬਹੁਤ ਹੋਇਆ। ਭੱਜੇ ਫਿਰਦੇ ਆ ਰਸੋਈ 'ਚ, ਮੇਰਾ ਵੀਰ ਆ ਗਿਆ, ਮੈਂ ਖਾਣਾ ਬਣਾਉਂਗੀ, ਪਕਵਾਨ ਬਣਾਉਂ। ਬਿਠਾਇਆ, ਸੁੱਖ ਸਾਂਦ ਪੁੱਛੀ ਤੇ ਦੱਸੀ ਆ। ਬਾਬੇ ਹੀ ਕਿਹਾ ਵੀ ਸਤ ਕਰਤਾਰ ਚਿੱਤ ਆਵੇ। ਬਸ ਇਸੇ ਜੀ ਸਾਰੀਆਂ ਖੁਸ਼ੀਆਂ। ਮੰਜੇ ਤੇ ਬਹਿ ਗਏ। ਬਾਬਾ ਸ਼੍ਰੀ ਚੰਦ ਜੀ ਨੂੰ ਬੇਬੇ ਨਾਨਕੀ ਨੇ ਪਾਲਿਆ ਵਾ, ਕਿਉਂਕਿ ਮਾਤਾ ਸੁਲੱਖਣੀ ਜੀ ਨੂੰ ਉਹਨਾਂ ਦੇ ਪਿਤਾ ਜੀ ਤੇ ਮਾਤਾ ਜੀ ਲੈ ਗਏ ਸੀ। ਉਹ ਥੋੜ੍ਹੇ ਗੁੱਸੇ ਵਾਲੇ ਸੀ ਕਿ ਤੂੰ ਤਾਂ ਸਾਧੂ ਸੰਤ ਹੋ ਗਿਆ ਨਾਨਕ, ਅਸੀਂ ਤਾਂ ਆਪਦੀ ਧੀ ਨੂੰ ਲੈ ਚੱਲੇ ਹਾਂ, ਅਸੀਂ ਨਹੀਂ ਇੱਥੇ ਰਹਿਣ ਦੇਣੀ। ਬਾਬਾ ਲਖਮੀ ਦਾਸ ਉਹ ਨਾਲ ਹੀ ਲੈ ਗਏ ਸੀਗੇ। ਬਾਬਾ ਸ਼੍ਰੀ ਚੰਦ ਜੀ ਖੇਡ ਕੇ ਆਏ ਆ ਬਾਹਰੋਂ, ਥੋੜ੍ਹੇ ਜਿਹੇ ਲਿਬੜੇ ਹੋਏ ਸੀਗੇ, ਮਿੱਟੀ 'ਚ ਖੇਡ ਕੇ ਆਏ। ਬੇਬੇ ਨਾਨਕੀ ਜੀ ਕਹਿੰਦੇ ਤੁਹਾਡੇ ਪਿਤਾ ਜੀ ਆ। ਇਹ ਇਸ਼ਾਰਾ ਕਰਕੇ ਕਿਹਾ। ਉਹ ਸਾਹਮਣੇ ਆ ਕੇ ਖੜੋਏ ਆ, ਹੱਥ ਜੋੜ ਕੇ
ਗੁਰੂ ਬਾਬੇ ਨੇ ਉਦੋਂ ਪਿਆਰ ਦੇ ਨਾਲ ਆਪਦੇ ਪੁੱਤਰ ਨੂੰ ਤੱਕਿਆ। ਬਹੁਤ ਚਿਰ ਬਾਅਦ ਆਏ ਸੀਗੇ, ਬਹੁਤ ਲੰਮਾ ਵਿਛੋੜਾ ਸੀ। ਇਹ ਪਹਿਲੀ ਉਦਾਸੀ ਕਰਨ ਤੋਂ ਬਾਅਦ ਦੀ ਗੱਲ ਆ। ਇਹ ਇੰਨਾ ਕੁਝ ਮੱਕੇ ਵੀ ਜਾਏ ਸੀ, ਜੋ ਆਪ ਜੀ ਪਿੱਛੇ ਸਰਵਣ ਕੀਤਾ। ਲੜੀਵਾਰੀ ਆਪਾਂ ਸਾਖੀਆਂ ਦੀ ਸਾਂਝ ਪਾਉਂਦੇ ਹਾਂ। ਪਿਆਰ ਨਾਲ ਉਹਦੇ ਮੁਖ ਤੇ ਫੇਰ ਕੇ ਹੱਥ ਕਿਹਾ, ਨਾਮ ਚਿੱਤ ਆਵੇ ਜੀ। ਉਹਨੂੰ ਵੀ ਇਹੀ ਅਸੀਸ ਦਿੱਤੀ ਹੈ ਪੁੱਤਰ ਨੂੰ। ਇਹ ਨਹੀਂ ਕਿਹਾ ਤੇਰੀ ਉਮਰ ਲੰਮੀ ਹੋਵੇ, ਇਹ ਹੋਵੇ ਉਹ ਹੋਵੇ, ਬਸ ਤੈਨੂੰ ਭੁੱਲੇ ਨਾ ਉਹ ਕਦੇ। ਇਹੀ ਅਸੀਸ ਸੀਗੀ, ਤੈਨੂੰ ਉਹ ਨਾ ਭੁੱਲ ਜੇ ਜਿਹਨੇ ਤੈਨੂੰ ਬਣਾਇਆ। ਬਹੁਤ ਵੱਡੀ ਅਸੀਸ ਆ ਇਹ, ਕੋਈ ਕੋਈ ਦਿੰਦਾ ਇਹ। ਉਮਰਾਂ ਤੇਰੀਆਂ ਵੱਡੀਆਂ ਹੋਣ, ਲੋਕ ਕਹੀ ਜਾਂਦੇ ਆ ਤੂੰ ਧਰ ਧਰ ਭੁੱਲੇ, ਕਹੀ ਜਾਂਦੇ ਆ। ਪੈਸਾ ਮਿਲ ਗਿਆ, ਸਭ ਕੁਝ ਮਿਲ ਗਿਆ, ਉਹ ਨਾ ਮਿਲਿਆ ਤੇ ਸਮਝ ਲਓ ਕੁਝ ਨਹੀਂ ਮਿਲਿਆ। ਇਹ ਚੀਜ਼ ਹੁੰਦੀ ਹੈ। ਤੇ ਉਸ ਤੋਂ ਬਾਅਦ ਫਿਰ ਉਹ ਕਹਿਣ ਲੱਗੇ, ਇੱਕ ਰਾਤ ਉੱਥੇ ਰਹੇ ਆ, ਦਰਸ਼ਨ ਹੋ ਗਏ ਤੇ ਬੇਬੇ ਨਾਨਕੀ ਜੀ ਨੇ ਖੂਬ ਸੇਵਾ ਕੀਤੀ ਆ ਭਾਈ ਮਰਦਾਨਾ ਜੀ ਦੀ, ਭਾਈ ਬਾਲਾ ਜੀ ਦੀ। ਪਰ ਉਦੋਂ ਫਿਰ ਅਗਲਾ ਜਦੋਂ ਸਵੇਰ ਹੁੰਦੀ ਆ, ਉਹ ਅੰਮ੍ਰਿਤ ਵੇਲਾ ਹੋਇਆ, ਬਬੀਹਾ ਬੋਲਿਆ। ਭਾਈ ਮਰਦਾਨਾ ਜੀ ਦੀ ਬਾਂਹ ਫੜ ਕੇ ਕਿਹਾ, ਪਿਆਰੇ ਜੀ ਰਵਾਬ ਮੋਢਿਆਂ ਤੇ ਟੰਗ ਲੋ, ਸਮਾਂ ਹੋ ਗਿਆ ਜਾਣ ਦਾ। ਜੈ ਰਾਮ ਜੀ ਆ ਗਏ ਇਤਨੇ ਸਮੇਂ 'ਚ, ਰੋਕਣ ਲੱਗੇ, ਕਹਿੰਦੇ ਰੁਕ ਜੋ। ਬੇਬੇ ਨਾਨਕੀ ਜੀ ਨੇ ਹੱਥ ਜੋੜ ਕੇ ਕਿਹਾ, ਰੁਕ ਜੋ, ਮੈਂ ਜੀ ਤੁਧ ਬਿਨ ਖਰੀ ਨਿਮਾਣੀ ਆ। ਇਹ ਆਖਿਆ ਸੀ ਹਮੇਸ਼ਾ, ਮੇਰੀ ਜ਼ਿੰਦਗੀ ਤੁਹਾਡੇ ਤੋਂ ਬਿਨਾਂ ਇੱਜ਼ਤ ਵਾਲੀ ਜ਼ਿੰਦਗੀ ਆ। ਮੈਂ ਤਾਂ ਤੁਹਾਡੇ ਬਿਨਾਂ ਖਰੀ ਨਿਮਾਣੀ ਆ। ਮਿਲ ਮੇਰੇ ਪ੍ਰੀਤਮਾ ਜੀਓ, ਮੈਂ ਤੁਧ ਬਿਨ ਖਰੀ ਨਿਮਾਣੀ। ਮੈਂ ਨੈਣੀ ਨੀਂਦ ਨਾ ਆਵੇ ਜੀਓ, ਭਾਵੇਂ ਅੰਨ ਨਾ ਪਾਣੀ। ਪਾਣੀ ਅੰਨ ਨਾ ਭਾਵੇ, ਮਰੀਏ ਹਾਵੇ, ਬਿਨ ਫਿਰ ਕਿਉਂ ਸੁੱਖ ਪਾਈਏ। ਤੁਹਾਡੇ ਬਿਨਾਂ ਮੈਂ ਸੁੱਖ ਨਹੀਂ ਪਾ ਸਕਦੀ। ਹੇ ਮੇਰੇ ਵੀਰ, ਮੇਰੀ ਬੇਇੱਜ਼ਤਾਂ ਵਾਲੀ ਜ਼ਿੰਦਗੀ ਆ ਤੇਰੇ ਬਿਨਾਂ। ਕਹਿਣ ਲੱਗੇ, ਸਰੀਰਾਂ ਦਾ ਸਦਾ ਸਾਥ ਨਹੀਂ ਹੁੰਦਾ। ਇਹ ਪੁਰਾਣੇ ਹੋ ਜਾਂਦੇ ਆ, ਇਹ ਬੋਡੇ ਹੋ ਜਾਂਦੇ, ਇਹਨਾਂ 'ਚ ਛੇਕ ਹੋ ਜਾਂਦਾ, ਇਹ ਰੰਗ ਬਦਲ ਜਾਂਦੇ ਆ, ਇਹ ਸਦਾ ਨਹੀਂ ਰਹਿੰਦੇ। ਸਰੀਰ ਨਾਲ ਜੁੜੋਗੇ, ਜੁੜ ਨਾ ਪਾਓਗੇ। ਜਿਨ੍ਹਾਂ ਦੀ ਪ੍ਰੀਤ ਹੁੰਦੀ ਆ ਉਹ ਵਿਛੜ ਕੇ ਵੀ ਨਹੀਂ ਵਿਛੜਦੇ ਕਦੇ ਵੀ। ਜਿਨ੍ਹਾਂ ਦੀ ਦਿਲਾਂ ਦੀ ਸਾਂਝ ਹੁੰਦੀ ਆ ਉਹ ਵਿਛੜ ਕੇ ਵੀ ਨਹੀਂ ਵਿਛੜਦੇ ਹੁੰਦੇ। ਪਰ ਜਦੋਂ ਤੂੰ ਮੈਨੂੰ ਫਿਰ ਚੇਤੇ ਕਰੇਂਗੀ ਨਾ, ਮੇਰਾ ਵਾਅਦਾ, ਮੈਂ ਇਵੇਂ ਹੀ ਆ ਜਾਊਂਗਾ ਜਿਵੇਂ ਇਸ ਵਾਰ ਆਇਆ। ਪਰ ਹੁਣ ਮੈਨੂੰ ਜਾਣ ਦੇ, ਇਹ ਹੁਕਮ ਆ ਉਹਦਾ। ਬੇਬੇ ਨਾਨਕੀ ਆਖਿਆ, ਜੇ ਉਹਦਾ ਹੁਕਮ ਆ ਨਾ, ਫਿਰ ਮੈਂ ਵਿੱਚ ਨਹੀਂ ਆਉਂਦੀ। ਜੇ ਤਾਂ ਰੱਬ ਦਾ ਹੁਕਮ ਆ ਵਿਜੋਗ ਹੋਣਾ ਹੁਣ ਸਾਡਾ, ਮੈਂ ਵਿੱਚ ਨਹੀਂ ਆਉਂਦੀ, ਤੁਸੀਂ ਜਾਓ ਜੀ। ਭਾਈ ਮਰਦਾਨਾ ਜੀ ਨੇ ਰਵਾਬ ਮੋਢਿਆਂ ਤੇ ਟੰਗੀ ਆ। ਭਾਈ ਬਾਲਾ ਜੀ ਤੀਜੇ ਨੰਬਰ ਤੇ ਆ। ਸਭ ਤੋਂ ਪਹਿਲਾਂ ਪਿਆਰੇ ਜੀ ਜਾ ਰਹੇ ਆ, ਉਹ ਜਿਨ੍ਹਾਂ ਨੇ ਮੋਹਰਾਂ 'ਚ ਰੰਗ ਭਰਿਆ ਵਾ, ਉਹ ਜਿਨ੍ਹਾਂ ਨੇ ਹਿਰਨਾਂ ਨੂੰ ਸਾਜਿਆ, ਜਿਹਦੇ ਕਹਿਣ ਤੇ ਸੂਰਜ ਚੜ੍ਹਦਾ ਤੇ ਛਿਪ ਜਾਂਦਾ। ਜੇ ਉਹ ਕਹਿੰਦੇ ਆ ਚੜ੍ਹ ਜਾ, ਸੂਰਜ ਨੂੰ ਚੜ੍ਹ ਜਾਂਦਾ। ਜੋ ਕਹਿੰਦੇ ਛਿਪ ਜਾ, ਛਿਪ ਜਾਂਦਾ। ਜਿਹਦਾ ਬੱਦਲ ਕਹਿਣਾ ਮੰਨਦੇ ਆ, ਉਹ ਅੱਗੇ ਅੱਗੇ ਜਾ ਰਹੇ ਆ। ਬੇਬੇ ਨਾਨਕੀ ਉਦੋਂ ਤੱਕ ਵਹਿੰਦੇ ਰਹੇ ਜਦੋਂ ਤੱਕ ਅੱਖਾਂ ਨੇ ਸਾਥ ਦਿੱਤਾ। ਤੇ ਫਿਰ ਬਾਬਾ ਸ਼੍ਰੀ ਚੰਦ ਜੀ ਨੂੰ ਗੋਦੀ 'ਚ ਚੁੱਕ ਕੇ ਲਾਡ ਲੜਾਏ। ਫਿਰ ਵਾਪਸ ਆਏ ਰਸੋਈ 'ਚ, ਸਤ ਕਰਤਾਰ ਕਹਿੰਦੇ ਹੋਏ ਭੋਜਨ ਬਣਾਉਣ ਲੱਗੇ ਆ, ਪਿਆਰੇ ਦੀ ਯਾਦ ਵਿੱਚ ਜੁੜ ਕੇ। ਇੱਦਾਂ ਫਿਰ ਗੁਰੂ ਬਾਬਾ ਜੀ ਅੱਗੇ ਵਧੇ। ਤਾਂ ਅੱਗੇ ਗੁਰੂ ਨਾਨਕ ਸਾਹਿਬ ਜੀ ਕਿੱਥੇ ਗਏ ਸੀਗੇ, ਹੁਣ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਅੱਗੇ ਸਾਖੀ ਤੁਸੀਂ ਸੁਣੋਗੇ। ਬੰਧਨ ਤੋਰ ਸ਼ੋਰ ਵਿਖਿਆ ਤੇ, ਗੁਰ ਕੋ ਸ਼ਬਦ ਮੇਰੇ ਹੀਰੇ ਦੀਨ। ਗੁਰੂ ਸਾਹਿਬ ਨੇ ਤਾਂ ਮੇਰੇ ਬੰਧਨ ਤੋੜਤੇ ਆ, ਕੱਟਤੇ ਆ। ਉਹ ਕਿਵੇਂ ਕੱਟੇ ਗਏ? ਗੁਰ ਕੋ ਸ਼ਬਦ, ਗੁਰੂ ਦਾ ਸ਼ਬਦ, ਮੇਰੇ ਹੀਰੇ, ਹੀਰੇ ਦੇ ਅਰਥ ਹਿਰਦਾ। ਮੇਰੇ ਹਿਰਦੇ 'ਚ ਸ਼ਬਦ ਵਸਾ ਦਿੱਤਾ। ਰੂਪ ਅਨਰੂਪ, ਪੰਗਤੀ ਬਹੁਤ ਸੋਹਣੀ ਹੈ। ਰੂਪ ਅਨਰੂਪ ਮੇਰੋ ਕਛ ਨਾ ਵਿਚਾਰਿਓ। ਮੈਂ ਭਾਵੇਂ ਕੋਝਾ ਸੀਗਾ, ਮੈਂ ਭਾਵੇਂ ਲੱਖ ਦਰਜੇ ਸੋਹਣਾ ਸੀ, ਮੇਰੇ ਗੁਰੂ ਨੇ ਗੱਲ ਦੀ ਪਰਵਾਹ ਨਹੀਂ ਕੀਤੀ। ਦੁਨੀਆ ਨੂੰ ਇਹ ਚੀਜ਼ ਦੀ ਪਰਵਾਹ ਹੁੰਦੀ ਆ। ਕੋਝਾ ਬੰਦਾ ਹੋਵੇ ਉਹ ਤੋਂ ਪਾਸੇ ਹੋ ਕੇ ਬਹਿਣਗੇ, ਸੋਹਣਾ ਬੰਦਾ ਹੋਵੇ ਉਹਦੇ ਕੋਲ ਹੋ ਕੇ ਬਹਿਣਗੇ। ਰੂਪ ਅਨਰੂਪ ਮੇਰੋ ਕਛ ਨਾ ਵਿਚਾਰਿਓ। ਮੈਂ ਚਾਹੇ ਸੀਗਾ ਕੋਝਾ, ਮੈਂ ਚਾਹੇ ਸੀ ਲੱਖ ਸੋਹਣਾ, ਮੇਰੇ ਗੁਰੂ ਨੇ ਇਹਦੀ ਵਿਚਾਰ ਨਹੀਂ ਕੀਤੀ। ਪ੍ਰੇਮ ਗਹਿਓ ਮੋਹੇ ਹਰ ਰੰਗ ਭੀਨ,
ਮੈਨੂੰ ਪ੍ਰੇਮ ਨਾ ਭਰ ਦਿੱਤਾ। ਮੈਂ ਉਹਦੇ ਪ੍ਰੇਮ ਵਿੱਚ ਭਿੱਜ ਗਿਆ। ਪੇਖਿਓ ਲਾਲਨ ਪਾਟ ਬੀਚ ਖੋਏ, ਉਹ ਐਸਾ ਲਾਲ ਆ ਵਾਹਿਗੁਰੂ, ਉਹਨੂੰ ਮਿਲ ਕੇ ਮੇਰੇ ਪਰਦੇ ਗਵਾਚ ਗਏ। ਆਨੰਦ ਚਿੱਤਾ ਹਰਖੇ ਪਤੀਨ, ਹੁਣ ਮੇਰੇ ਚਿੱਤ ਵਿੱਚ ਖੁਸ਼ੀ ਹੋਈ ਆ। ਹਰਖੇ ਦਾ ਅਰਥ ਆ ਖੁਸ਼ੀ। ਤਿਸ ਹੀ ਕੋ ਗ੍ਰਹਿਓ, ਅਖੀਰਲੀ ਪੰਕਤੀ, ਤਿਸ ਹੀ ਕੋ ਗ੍ਰਹਿਓ, ਇਹ ਪਿੰਡਾ ਉਹਦਾ ਘਰ ਬਣ ਗਿਆ ਹੁਣ, ਪਹਿਲਾਂ ਨਹੀਂ ਸੀਗਾ। ਸੋਈ ਪ੍ਰਭ ਨਾਨਕ, ਉਹ ਇਹਦਾ ਮਾਲਕ ਬਣ ਗਿਆ। ਸੋ ਠਾਕੁਰ ਤਿਸ ਹੀ ਕੋ ਧੀਨ, ਧੀਨ ਦਾ ਅਰਥ ਆ ਨੌਕਰ, ਉਹਦਾ ਸੇਵਕ। ਮੈਂ ਉਹਦਾ ਸੇਵਕ ਬਣ ਗਿਆ, ਮੈਂ ਉਹਦਾ ਗੋਲਾ ਬਣ ਗਿਆ। ਇਹ ਹੁਣ ਪਿੰਡੇ ਦਾ ਮਾਲਕ ਵਾਹਿਗੁਰੂ ਬਣ ਗਿਆ ਸਰੀਰ ਦਾ। ਪਹਿਲਾਂ ਕੌਣ ਸੀ? ਪਹਿਲਾਂ ਮੈਂ ਸੀਗਾ। ਜਦੋਂ ਅਹੰਗ ਰੋਗ, ਜਦੋਂ ਹੰਕਾਰ ਦੀ ਬਿਮਾਰੀ ਦੂਰ ਹੋਈ ਆ, ਉਦੋਂ ਇਹਦਾ ਮਾਲਕ ਰੱਬ ਬਣਿਆ। ਪਹਿਲਾਂ ਸਰੀਰ ਦਾ ਮਾਲਕ ਮੈਂ ਸੀ। ਜਦੋਂ ਮੈਂ ਗੁਰੂ ਦੇ ਸ਼ਬਦ ਨੂੰ ਸਮਝ ਲਿਆ, ਉਦੋਂ ਸਰੀਰ ਦਾ ਮਾਲਕ ਮੇਰਾ ਗੁਰੂ ਆ, ਮੇਰਾ ਰੱਬ ਆ। ਪਹਿਲਾਂ ਮੈਂ ਇਹਦਾ ਮਾਲਕ ਸੀ। ਫਰਕ ਬਹੁਤ ਆ। ਸੀ ਪਹਿਲਾਂ ਵੀ ਉਹੀ ਮਾਲਕ, ਪਰ ਮੈਨੂੰ ਲੱਗਦਾ ਸੀ ਮੈਂ ਵਿੱਚ ਮਾਲਕ ਹਾਂ। ਜਿਵੇਂ ਕਿ ਉਹ ਰੱਥ ਸੀਗਾ ਕੋਈ, ਉਹਦੇ ਅੱਗੇ ਘੋੜੇ ਜੋੜੇ ਹੋਏ, ਉਹ ਬਹੁਤ ਧੂੜ ਉੱਡੇ, ਇੱਕ ਮੱਖੀ ਬਹਿ ਗਈ ਰੱਥ 'ਤੇ ਆ ਕੇ। ਅਤੇ ਅੱਗੇ ਵੀ ਆਪਾਂ ਗੱਲ ਕਹੀ, ਮੱਖੀ ਨੂੰ ਲੱਗਿਆ ਮੈਂ ਧੂੜ ਉਡਾ ਰਹੀ ਹਾਂ, ਮੱਖੀ ਨੂੰ ਲੱਗਿਆ ਮੈਂ ਧੂੜ ਉਡਾ ਰਹੀ ਹਾਂ। ਅਤੇ ਉਹ ਮੱਖੀ ਜਿਹੜੀ ਸੀ, ਉਹਨੂੰ ਵਹਿਮ ਹੀ ਸੀਗਾ, ਧੂੜ ਤਾਂ ਘੋੜਿਆਂ ਨਾਲ ਉੱਡ ਰਹੀ ਸੀ। ਉਹ ਕਹਿਣ ਲੱਗੀ, ਦੇਖੋ ਮੇਰੇ ਵਿੱਚ ਕਿੰਨੀ ਤਾਕਤ ਆ, ਮੈਂ ਰੱਥ 'ਤੇ ਆ ਕੇ ਬੈਠੀ ਅਤੇ ਧੂੜ ਉੱਡ ਰਹੀ ਆ। ਉਹਨੂੰ ਵਿਚਾਰੀ ਨੂੰ ਸਮਝ ਨਹੀਂ। ਮੈਨੂੰ ਲੱਗ ਰਿਹਾ ਸੀ ਮੇਰੇ ਕਰਕੇ ਪਤਾ ਨਹੀਂ ਧੂੜ ਉੱਡ ਰਹੀ ਆ ਕਬੀਲਦਾਰੀ ਦੀ, ਵੀ ਮੈਂ ਘਰੇ ਬੈਠਾ ਅਤੇ ਕਬੀਲਦਾਰੀ ਚੱਲਦੀ ਹੈ। ਇੱਦਾਂ ਬੰਦੇ ਨੂੰ ਬਹੁਤ ਵਹਿਮ ਆ। ਬਾਣੀ ਵਿੱਚ ਵਾਰ-ਵਾਰ ਆ ਰਿਹਾ, ਰੱਸੀ ਅਤੇ ਸੱਪ ਦਾ ਭਰਮ ਹੁੰਦਾ ਨਾ, ਰੱਸੀ ਅਤੇ ਸੱਪ, ਰੱਸੀ ਸੱਪ ਲੱਗਦੀ ਹੈ। ਕਈ ਵਾਰੀ ਸੱਪ ਨੂੰ ਬੰਦਾ ਰੱਸੀ ਨੂੰ ਸੱਪ ਸਮਝ ਲੈਂਦਾ, ਭੁਲੇਖਾ ਪੈ ਜਾਂਦਾ, ਸਮਝ ਲੈਂਦਾ ਵੀ ਮੇਰੇ ਕੀਤੇ ਹੁੰਦਾ, ਪਤਾ ਨਹੀਂ ਮੈਂ ਨਾ ਹੁੰਦਾ, ਇਹ ਨਹੀਂ ਸੀ ਹੋਣਾ, ਮੈਂ ਨਾ ਹੁੰਦਾ। ਕਈ ਤਾਂ ਕਹਿੰਦੇ ਮੈਂ ਨਾ ਹੁੰਦਾ ਦੁਨੀਆ ਨਹੀਂ ਸੀ ਚੱਲਣੀ। ਫਿਰ ਉਹਨੂੰ ਬਾਣੀ ਕਹਿ ਦਿੰਦੀ ਆ, ਤੂੰ ਮਰ ਕੇ ਦੇਖ ਲਾ ਅਤੇ ਬਹੁਤ ਵਧੀਆ ਦੁਨੀਆ ਚੱਲੂਗੀ। ਭਾਵ ਜਦੋਂ ਤੂੰ ਮਰ ਜਾਏਗਾ ਅਤੇ ਬਹੁਤ ਵਧੀਆ ਦੁਨੀਆ ਚੱਲਦੀ ਹੈ ਤੇਰੇ ਬਾਅਦ ਵੀ। ਕੀਤੀ ਦੇਖ ਗਈ ਵਾਜੇ ਵਜਾਏ, ਵਹੀ ਇੱਕ ਰਹਿਸੀ ਜੋ ਸਾਚਾ ਖੁਦਾਏ। ਇਸ ਕਰਕੇ ਨਾ ਤੂੰ ਆਪਦੀ ਹਉਮੈ ਵਾਲੀ ਬਿਮਾਰੀ ਨੂੰ ਪਾਸੇ ਕਰਕੇ ਬਸ ਉਹਦੀ ਸ਼ਰਨ ਪੈ ਜਾ, ਅਤੇ ਫਿਰ ਬਾਅਦ ਵਿੱਚ ਦੇਖੀ ਜ਼ਿੰਦਗੀ ਜਿਉਣ ਦਾ ਤਰੀਕਾ ਇਹੀ ਤੈਨੂੰ ਬਦਲੂਗਾ ਕਿ ਤੂੰ ਸਮਝ ਲਾ ਮੈਂ ਕੁਝ ਵੀ ਨਹੀਂ ਹਾਂ, ਮੈਂ ਕੁਝ ਨਹੀਂ ਹਾਂ। ਜੋ ਕਹਿੰਦੇ ਨੇ ਉਹ ਸਭ ਕੁਝ ਹੋ ਜਾਂਦੇ ਨੇ। ਮੈਂ ਬਹੁਤ ਕੁਝ ਹਾਂ, ਜੋ ਕਹਿੰਦੇ ਆ ਉਹ ਕੱਖ ਵੀ ਨਹੀਂ ਹੁੰਦੇ। ਮੈਂ ਬਹੁਤ ਕੁਝ ਜਾਣਦਾ, ਜੋ ਕਹਿੰਦੇ ਆ ਉਹ ਕੁਝ ਨਹੀਂ ਜਾਣਦੇ। ਮੈਂ ਕੁਝ ਵੀ ਨਹੀਂ ਜਾਣਦਾ, ਮੈਂ ਤਾਂ ਬਿਲਕੁਲ ਧੂੜ ਵੀ ਕਣ ਵੀ ਨਹੀਂ ਹੈਗਾ, ਉਹ ਸਭ ਕੁਝ ਹੁੰਦੇ ਆ। ਗੁਰੂ ਸਾਹਿਬ ਕਿਰਪਾ ਕਰਨ। ਆਪਸ ਕੋ ਜੋ ਜਾਣੇ ਨੀਚਾ, ਸੋ ਗਣੀਏ ਸਭ ਤੇ ਉੱਚਾ। ਆਪਸ ਕੋ ਜੋ ਭਲਾ ਕਹਾਵੇ, ਤਿਸੇ ਭਲਾਈ ਨਿਕਟ ਨ ਆਵੇ। ਸੋਈ ਅਜਾਣ ਕਹਿ ਮੈਂ ਜਾਨਾ, ਜਾਣਨ ਹਾਰ ਨ ਸ਼ਾਨਾ ਰੇ। ਭੁੱਲ ਚੁੱਕ ਦੀ ਖਿਮਾ। ਗੁਰੂ ਸਾਹਿਬ ਕਿਰਪਾ ਕਰਨ। ਆਓ ਹੁਣ ਆਪਾਂ ਉਹ ਵਾਹਿਗੁਰੂ ਨੂੰ ਚੇਤੇ ਕਰੀਏ। ਵਾਹਿਗੁਰੂ 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 ਵਾਹਿਗੁਰੂ
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ